ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਪਿੰਡ ਮੂਐ, ਜੀਓ ਕਿਹ ਘਰ ਜਾਤਾ। ਸ਼ਬਦ ਅਤੀਤ ਅਨਾਹਦ ਰਾਤਾ। ਜਿਨੁ ਰਾਮ ਜਾਣਿਆ ਤਿਨਹਿ ਪਛਾਨਿਆ। ਜਿਉ ਗੂੰਗੇ ਸਾਕਰ ਮਨ ਮਾਨਿਆ। ਐਸਾ ਗਿਆਨ ਕਥੈ ਬਨਵਾਰੀ। ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਰਹਾਉ ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ। ਸੋ ਪਾਦ ਰਵਹੁ ਜੇ ਬਹੁਰ ਨਾ ਰਵਨਾ। ਸੋ ਧਿਆਨ ਧਰਹੁ ਜੇ ਬਹੁਰ ਨਾ ਧਰਨਾ। ਐਸੇ ਮਰਹੁ ਜੇ ਬਹੁਰ ਨਾ ਮਰਨਾ। ਉਲਟੀ ਗੰਗਾ ਜਮਨ ਮਿਲਾਵੋ ਬਿਨ ਜਾਲ ਸੰਗਮ ਮਨ ਮਹਿ ਨਾਵੋ। ਲੋਚਾ ਸੰਸਰ ਇਹੋ ਬਿਵਹਾਰਾ। ਤਤ ਵਿਚਾਰ ਕਿਆ ਅਵਰ ਵਿਚਾਰਾ। ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਐਸੀ ਰਹਿਤ ਰਹੋ ਹਰ ਪਾਸਾ। ਕਹੈ ਕਬੀਰ ਨਿਰੰਜਨ ਧਿਆਵੋ। ਤਿਤ ਘਰ ਜਾਉ ਜੇ ਬਹੁਰ ਨਾ ਆਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਬਾਣੀ ਨਾਲ, ਉਪਦੇਸ਼ ਨਾਲ ਆਪ ਜੀ ਨੇ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਰੋਜ਼ਾਨਾ ਦੇ ਦੀਵਾਨਾਂ ਵਿੱਚ ਭਗਤ ਕਬੀਰ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਗੌੜੀ ਰਾਗ ਦੇ ਵਿੱਚੋਂ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 327 ਉੱਪਰ ਰਾਗ ਗੌੜੀ ਦੇ ਵਿੱਚ ਕਬੀਰ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਹਰ ਇੱਕ ਸ਼ਬਦ ਦਾ ਇੱਕ ਕੰਟੈਕਸਟ ਹੈ, ਇੱਕ ਸੰਦਰਭ ਹੈ। ਭਗਤ ਕਬੀਰ ਜੀ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਵਿੱਚ ਜਿੱਥੇ ਫੋਕਟ, ਨਿਰਾਰਥਕ, ਕਰਮਕਾਂਡੀ ਖਿਆਲਾਂ ਦਾ ਖੰਡਨ ਕੀਤਾ ਹੈ ਅਤੇ ਐਸੇ ਕਰਮਾਂ ਨੂੰ ਨਿਰਾਰਥਕ ਦੱਸਿਆ ਹੈ,
ਉੱਥੇ ਸਹੀ ਕੰਮਾਂ ਦੀ ਨਿਸ਼ਾਨਦੇਹੀ ਕਰਕੇ ਵੀ ਉਹਨਾਂ ਨੇ ਸਾਨੂੰ ਸਮਝ ਬਖਸ਼ੀ ਹੈ ਕਿ ਮਨੁੱਖ ਦੇ ਮਨ ਅੰਤਰ-ਆਤਮੇ ਦੇ ਵਿੱਚ ਕਿਸ ਕਿਸਮ ਦੀ ਤਬਦੀਲੀ ਜਿਹੜੀ ਹੈ ਉਹ ਵਾਪਰਨੀ ਚਾਹੀਦੀ ਹੈ। ਰਹਾਉ ਦਾ ਬੰਦ ਹੈ, ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਯੋਗ ਮਤ ਦੇ ਵਿੱਚ ਪ੍ਰਾਣਾਯਾਮ ਦੀ ਬੜੀ ਮਹੱਤਤਾ ਹੈ। ਖੱਬੀ ਨਾਸ ਦੇ ਰਾਹੀਂ, ਨੱਕ ਦੀ ਨਲੀ ਦੇ ਰਾਹੀਂ ਸਾਹ ਖਿੱਚ ਕੇ ਉਸ ਨੂੰ ਟਿਕਾਉਣਾ, ਉਸ ਨੂੰ ਰੋਕਣਾ, ਤੇ ਫਿਰ ਸੱਜੀ ਨਾਸ ਦੇ ਰਾਹੀਂ ਉਸ ਨੂੰ ਤਿਆਗਣਾ। ਇਸ ਨੂੰ ਇੜਾ, ਪਿੰਗਲਾ ਤੇ ਸੁਖਮਨਾ ਦਾ ਅਭਿਆਸ ਕਿਹਾ ਜਾਂਦਾ ਹੈ। ਇਹ ਵਿਚਾਰ ਕੋਈ ਰਾਤੋਂ ਰਾਤ ਜਾਂ ਕੁਝ ਘੜੀਆਂ ਵਿੱਚ ਨਹੀਂ ਬਣ ਗਿਆ। ਇਸ ਦੇ ਪਿੱਛੇ ਇੱਕ ਲੰਬੀ ਚੌੜੀ ਥਿਊਰੀ ਘੜੀ ਗਈ। ਯੋਗ ਮਤ ਦਾ ਫੈਲਾਅ ਕਿਸੇ ਸਮੇਂ ਵਿੱਚ ਇੰਨਾ ਜ਼ਿਆਦਾ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬ੍ਰਾਹਮਣ ਨੂੰ ਉਪਦੇਸ਼ ਦੇਣ ਤੋਂ ਬਾਅਦ, ਜੋ ਕਿ ਪ੍ਰੋਹਿਤ ਹੈ, ਦੂਜੀ ਗੱਲ ਸਤਿਗੁਰੂ ਨੇ ਕਾਜ਼ੀ ਨਾਲ ਕੀਤੀ, ਜੋ ਇਸ ਵੇਲੇ ਸਾਰੀ ਦੀ ਸਾਰੀ ਜੁਡੀਸ਼ਰੀ ਦੇ ਉੱਤੇ ਕਾਬਜ਼ ਸੀ ਔਰ ਧਾਰਮਿਕ ਆਗੂ ਸੀ, ਸਭ ਤੋਂ ਵੱਡੇ ਮਜ਼ਹਬ ਦਾ। ਤੀਜਾ ਰੁਤਬਾ ਹਜ਼ੂਰ ਨੇ ਬਾਣੀ ਦੇ ਵਿੱਚ ਜੋਗੀ ਦਾ ਰੱਖਿਆ। ਇਸ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਯੋਗ ਮਤ ਦਾ ਕਿੰਨਾ ਜ਼ਿਆਦਾ ਪਸਾਰਾ ਸੀ। ਅੱਜ ਵੀ ਹੈ, ਪਰ ਬਦਲਵੇਂ ਰੂਪ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਯੋਗ ਮਤ ਦੇ ਜਿੰਨੇ ਵੀ ਨਿਰਾਰਥਕ ਕਰਮਕਾਂਡ, ਫੋਕਟ ਕਰਮਕਾਂਡ ਸਨ, ਉਹਨਾਂ ਬਾਰੇ ਵੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਕੋਈ ਜ਼ਰੂਰੀ ਨਹੀਂ ਕਿ ਕੰਨਾਂ ਵਿੱਚ ਮੁੰਦਰਾਂ ਪਾ ਕੇ ਜਾਂ ਉਹੋ ਜਿਹਾ ਲਿਬਾਸ ਪਹਿਨ ਕੇ ਹੀ ਕੋਈ ਯੋਗ ਮਤ ਨੂੰ ਫੋਲੋ ਕਰਦਾ ਹੈ। ਇਹ ਉਹਨਾਂ ਸਮਾਂ ਦੀਆਂ ਗੱਲਾਂ ਸਨ, ਪਰ ਉਹਨਾਂ ਦੇ ਵਿਚਾਰਾਂ ਨਾਲ ਜਾਣੇ ਅਣਜਾਣੇ ਉਸ ਥਿਊਰੀ ਨੂੰ ਅਡੋਪਟ ਕਰ ਲੈਣਾ ਜਾਂ ਆਪਣੇ ਧਰਮ ਦੀ ਐਕਸਪਲੇਨੇਸ਼ਨ ਜਿਹੜੀ ਹੈ ਉਹ ਉਹਨਾਂ ਦੀ ਥਿਊਰੀ ਮੁਤਾਬਕ ਕਰ ਲੈਣੀ, ਇਹ ਵੀ ਇੱਕ ਤਰੀਕਾ ਹੈ, ਪ੍ਰਾਪੋਗੰਡਾ ਹੈ, ਜਿਸ ਮੁਤਾਬਕ ਕੁਝ ਸਾਡੇ ਵੀ ਗੁਰ ਭਾਈ ਚੱਲਣ ਦਾ ਯਤਨ ਕਰਦੇ ਨੇ। ਰੱਬ ਨੂੰ ਯਾਦ ਕਰਨ ਵਾਸਤੇ ਸਾਹ ਖਿੱਚਣ, ਰੋਕਣ ਤੇ ਛੱਡਣ ਦੀ ਪ੍ਰਕਿਰਿਆ 'ਚੋਂ ਅਸੀਂ ਵੀ ਨਹੀਂ ਨਿਕਲ ਸਕੇ। ਹਾਲਾਂਕਿ ਉਹਨਾਂ ਦਾ ਜੋ ਪ੍ਰਾਣਾਯਾਮ ਹੈ ਉਹਦੇ ਪਿੱਛੇ ਤਰਕ ਇਹ ਹੈ, ਦਲੀਲ ਇਹ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਮਨ ਵਿੱਚ ਠਹਿਰਾਓ ਤੇ ਟਿਕਾਓ ਆ ਜਾਂਦਾ ਹੈ, ਮਨ ਦੇ ਫੁਰਨਿਆਂ ਨੂੰ ਠੱਲ ਪੈਂਦੀ ਹੈ। ਇਹ ਸਾਰੇ ਦਾ ਸਾਰਾ ਅਭਿਆਸ ਹੀ ਇਸ ਕਿਸਮ ਦਾ ਹੈ। ਉਹਦੇ ਪਿੱਛੇ ਮਨ ਨੂੰ ਸਾਧਣ ਦੀ ਜਿਹੜੀ, ਜਾਂ ਮਨ ਦੇ ਫੁਰਨਿਆਂ ਨੂੰ ਰੋਕਣ ਦੀ, ਮਨ ਦੀ ਦੌੜ ਭੱਜ ਨੂੰ ਬੈਲੈਂਸ ਵਿੱਚ ਕਰਨ ਦੀ ਜਿਹੜੀ ਸੋਚ ਹੈ ਉਹ ਖੜੀ ਹੈ। ਭਗਤ ਕਬੀਰ ਜੀ ਨੇ ਇੱਥੇ ਭਾਵੇਂ ਸ਼ਬਦਾਵਲੀ ਯੋਗ ਮਤ ਦੇ ਉਸ ਪ੍ਰਾਣਾਯਾਮ, ਇੜਾ, ਪਿੰਗਲਾ, ਸੁਖਮਨਾ ਦੇ ਅਭਿਆਸ ਦੀ ਵਰਤੀ ਹੈ, ਪਰ ਅਰਥ ਭਾਵ ਆਪਣਾ ਦੱਸਿਆ ਹੈ। ਜਦੋਂ ਆਪ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹੋ, ਮੁੰਦਾਂ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ, ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤੇ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਤਿਗੁਰੂ ਨੇ ਫਰਮਾਇਆ ਵੀ ਜਿਹੜੀਆਂ ਮੁੰਦਰਾਂ ਜੋਗੀ ਪਾਉਂਦਾ ਹੈ, ਮੈਂ ਵੀ ਮੁੰਦਰਾਂ ਪਹਿਨਦਾ, ਪਰ ਮੈਂ ਸੰਤੋਖ ਦੀਆਂ ਮੁੰਦਰਾਂ ਪਹਿਨਦਾ। ਭਾਵ ਸਬਰ ਰੱਖਣਾ, ਜੋ ਹੈ, ਜੋ ਅਵੇਲੇਬਲ ਹੈ ਲਾਈਫ ਵਿੱਚ, ਉਹਦੇ 'ਚ ਸੈਟਿਸਫਾਈ ਹੋਣਾ, ਉਹਦੇ ਵਿੱਚ ਸਬਰ ਰੱਖਣਾ ਵੀ ਜੋ ਹੈ ਸਭ ਤੋਂ ਬੈਸਟ ਹੈ। ਇਹ ਜਿਹੜੀ ਸੋਚ ਹੈ, ਜਿਹੜੀ ਬਿਰਤੀ ਹੈ, ਇਹਨੂੰ ਸੰਤੋਖ ਕਿਹਾ ਜਾਂਦਾ। ਇਹ ਹੋਣਾ ਹੀ ਮੇਰੇ ਪਾਸ ਮੁੰਦਰਾਂ ਵਰਗਾ। ਜਿਵੇਂ ਜੋਗੀ ਮੁੰਦਰਾਂ ਪਹਿਨਦਾ, ਮੈਂ ਮੁੰਦਰਾਂ ਨਹੀਂ ਪਹਿਨਦਾ, ਮੇਰੀਆਂ ਇਹੀ ਮੁੰਦਰਾਂ ਨੇ ਵੀ ਮੈਂ ਗੁਣ ਧਾਰਨ ਕਰ ਲਵਾਂ। ਸ਼ਰਮ ਪਤ ਝੋਲੀ, ਜੋਗੀ ਆਪਣੇ ਮੋਢੇ ਦੇ ਉੱਤੇ ਬਗਲੀ ਝੋਲੀ ਪਹਿਨਦਾ ਹੈ, ਜਿਹਦੇ ਵਿੱਚ ਉਹ ਆਪਣਾ ਸਾਜੋ ਸਮਾਨ ਰੱਖਦਾ ਹੈ, ਜ਼ਰੂਰਤ ਦੀਆਂ ਚੀਜ਼ਾਂ ਰੱਖਦਾ ਹੈ। ਹਜ਼ੂਰ ਨੇ ਕਿਹਾ ਮੇਰੀ ਮਸ਼ੱਕਤ, ਜਿਹੜਾ ਸੰਘਰਸ਼ ਹੈ ਜ਼ਿੰਦਗੀ ਦੇ ਵਿੱਚ, ਜਿਹੜਾ ਸਟਰਗਲ ਹੈ,
ਚੰਗੀ ਸੋਚ ਰੱਖ ਕੇ ਕੀਤਾ ਹੋਇਆ ਸਟਰਗਲ ਜਿਹੜਾ ਹੈ ਉਹਨੂੰ ਸ਼ਰਮ ਕਹਿ ਬਾਣੀ। ਮਹਾਰਾਜ ਨੇ ਕਿਹਾ ਉਹ ਮੇਰੇ ਵਾਸਤੇ ਪੱਤਰ ਤੇ ਮੇਰੀ ਝੋਲੀ ਹੈ। ਧਿਆਨ ਕੀ ਕਰੇ ਵਿਭੂਤ ਜੋਗੀ ਆਪਣੇ ਸਰੀਰ ਦੇ ਉੱਤੇ ਸ਼ਮਸ਼ਾਨ ਭੂਮੀ ਦੀ ਸੁਆਹ ਮਲਦਾ ਵੀ ਸਰੀਰ ਦਾ ਇੱਕ ਤਾਂ ਸੁਹੱਪਣ ਨਹੀਂ ਦਿਸਣਾ ਚਾਹੀਦਾ। ਨੰਬਰ 2 ਸ਼ਮਸ਼ਾਨ ਭੂਮੀ ਦੀ ਸੁਆਹ ਮਲਣ ਦੇ ਨਾਲ ਮੈਨੂੰ ਮੌਤ ਸਦਾ ਚੇਤੇ ਰਹੇਗੀ ਵੀ ਇਹ ਸਰੀਰ ਵੀ ਖਾਕ ਹੈ। ਮੈਂ ਜਿਉਂਦੇ ਲੋਕਾਂ ਚੋਂ ਨਹੀਂ ਹਾਂ ਵੀ ਵਾਸ਼ਨਾ ਪੂਰੀਆਂ ਕਰਾਂ। ਇਸ ਲੌਜਿਕ ਦੇ ਨਾਲ ਉਹ ਆਪਣੇ ਸਰੀਰ ਦੇ ਉੱਤੇ ਸਵਾਹ ਰਾਖ ਉਹ ਵੀ ਸ਼ਮਸ਼ਾਨ ਭੂਮੀ ਦੀ ਮਲਦੇ ਸਨ। ਭਗੋਰੀ ਸਾਧੂਆਂ ਵਿੱਚ ਅੱਜ ਵੀ ਐਸੇ ਰਿਵਾਜ ਨੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਜਗ੍ਹਾ ਤੇ ਕੀ ਕਿਹਾ, ਧਿਆਨ ਕੀ ਕਰੇ ਵਿਭੂਤ। ਧਿਆਨ ਦਾ ਮਤਲਬ ਕੀ ਹੈ? ਇਕਾਗਰਤਾ, ਆਪਣੇ ਮਕਸਦ ਲਈ ਇਕਾਗਰ ਹੋਣਾ। ਮਕਸਦ ਕੀ ਹੈ? ਕਿ ਉਹ ਸਚਿਆਰਾ ਹੋਈ ਹੈ ਵੀ ਮੈਂ ਸੱਚ ਰੂਪ ਬਣਾ, ਸੱਚਾ ਬਣਿਆ ਰਹਾਂ। ਆਪਣਾ ਇਹ ਟੀਚਾ ਜਿਹੜਾ ਹੈ ਇਹਨੂੰ ਮੈਂ ਤਿਆਗਣਾ ਨਹੀਂ। ਮੇਰੀ ਜ਼ਿੰਦਗੀ ਦੇ ਵਿੱਚੋਂ ਸਚਾਈ ਨਾ ਨਿਕਲ ਜਾਏ ਜਾਂ ਮੇਰੇ ਜੀਵਨ ਵਿੱਚ ਸੱਚ ਟਿਕਿਆ ਰਹੇ, ਇਹ ਟੀਚਾ ਸਦਾ ਬਣਾਈ ਰੱਖਣਾ। ਜਿਵੇਂ ਹੁੰਦੀ ਨਾ ਸਮਾਜ ਵਿੱਚ ਸਾਡੀ ਕੋਈ ਪੋਜੀਸ਼ਨ ਹੋਵੇ, ਪੋਜੀਸ਼ਨ ਲੈਣੀ ਜਿਹੜੀ ਹੈ ਉਹਦੇ ਲਈ ਵੀ ਸਟਰਗਲ ਚਾਹੀਦਾ ਤੇ ਉਹਨੂੰ ਬਣਾਈ ਰੱਖਣ ਵਾਸਤੇ ਵੀ ਸਟਰਗਲ ਚਾਹੀਦਾ। ਕੰਪੀਟੀਸ਼ਨ ਹੈ ਨਾ ਜਦੋਂ ਦੁਨੀਆ ਵਿੱਚ। ਜੇ ਪੋਜੀਸ਼ਨ ਅਸੀਂ ਜਿਹੜੀ ਹਾਸਲ ਕੀਤੀ ਹੈ ਉਹਨੂੰ ਕਾਇਮ ਰੱਖਣਾ, ਜਿਵੇਂ ਆਪਾਂ ਕਹਿੰਦੇ ਨਾ ਸਾਨੂੰ ਸਤਿਕਾਰ ਮਿਲੇ, ਸਤਿਕਾਰ ਲਈ ਪਹਿਲਾਂ ਤਾਂ ਤੁਹਾਨੂੰ ਕੋਈ ਨੇਕ ਉਦਮ ਕਰਨਾ ਪਏਗਾ, ਭਲਾ ਬਣਨਾ ਪਏਗਾ। ਫਿਰ ਉਹ ਸਤਿਕਾਰ ਜਿਹੜਾ ਮਿਲਦਾ ਉਹਨੂੰ ਵੀ ਕਾਇਮ ਰੱਖਣ ਵਾਸਤੇ ਤੁਹਾਨੂੰ ਹੋਰ ਭਲਾਈ ਕਮਾਉਣੀ ਪਏਗੀ। ਇਹ ਨਹੀਂ ਵੀ ਤੁਸੀਂ ਛੱਡ ਦਿਓ ਵੀ ਹੁਣ ਰਿਸਪੈਕਟ ਮਿਲਣ ਲੱਗ ਪਈ ਹੈ ਤੇ ਚੰਗੇ ਕੰਮ ਛੱਡ ਦਿਓ। ਉਨੀ ਬਦਖੋਈ ਵੀ ਹੋਏਗੀ। ਲੋਕ ਪਹਿਲਾਂ ਇੰਨਾ ਕਹਿੰਦੇ ਸਨ ਵੀ ਗਲਤ ਆਦਮੀ, ਹੁਣ ਗਲਤ ਦੇ ਨਾਲ ਨਾਲ ਪਖੰਡੀ ਵੀ ਕਹਿਣਗੇ, ਦੰਭੀ ਵੀ ਕਹਿਣਗੇ। ਇਸ ਲਈ ਉਹਨੂੰ ਬਣਾਈ ਰੱਖਣ ਵਾਸਤੇ ਉਸ ਪੋਜੀਸ਼ਨ ਨੂੰ, ਉਸ ਅਵਸਥਾ ਨੂੰ, ਉਸ ਸਟੇਟਸ ਨੂੰ ਤੁਹਾਨੂੰ ਹੋਰ ਨਾਲ ਲਗਨ ਨਾਲ ਮਿਹਨਤ ਕਰਨੀ। ਉਹਨੂੰ ਮਹਾਰਾਜ ਨੇ ਧਿਆਨ ਕਿਹਾ। ਇਹ ਮੇਰੀ ਵਿਭੂਤੀ ਹੈ, ਸੁਆਹ ਹੈ ਜਿਹੜੀ ਮੈਂ ਤਨ ਉੱਤੇ ਮਲਦਾ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਖਿੰਥਾ ਦਾ ਮਤਲਬ ਹੈ ਗੋਦੜੀ, ਜਿਹੜਾ ਉਹ ਚੋਲਾ ਗਲ ਵਿੱਚ ਪਹਿਨਦੇ ਸਨ। ਕਾਲ ਦਾ ਮਤਲਬ ਕੀ ਹੈ? ਮੌਤ। ਮੈਂ ਸਦਾ ਇਸ ਗੱਲ ਨੂੰ ਚੇਤੇ ਰੱਖਦਾ ਵੀ ਇਹ ਜੀਵਨ, ਇਹ ਸਮਾਂ, ਇਹ ਦੁਬਾਰਾ ਨਹੀਂ ਮਿਲੇਗਾ। ਲੰਘੀਆਂ ਹੋਈਆਂ ਘੜੀਆਂ ਵਾਪਸ ਨਹੀਂ ਆਉਣਗੀਆਂ, ਗਈ ਹੋਈ ਵਸਤੂ ਵਾਪਸ ਨਹੀਂ ਮਿਲੇਗੀ। ਜੀਵਨ ਅਖੀਰ ਮੌਤ ਦਾ ਖਾਜਾ ਬਣੇਗਾ। ਇਸ ਲਈ ਹਉਮੈ ਕੋਈ ਨਹੀਂ। ਇਸ ਲਈ ਜ਼ੋਰ ਜ਼ਬਰਦਸਤੀ, ਧੱਕਾ, ਧੋਖੇ ਧੜੀਆਂ, ਪਾਪ ਕੋਈ ਨਹੀਂ। ਮੌਤ ਨੂੰ ਇਸ ਕਰਕੇ ਚੇਤੇ ਨਹੀਂ ਰੱਖਦਾ ਕਿ ਮੈਂ ਉਦਾਸ ਜਾਂ ਮਾਯੂਸ ਕਿਸਮ ਦਾ ਆਦਮੀ ਹਾਂ। ਮੌਤ ਨੂੰ ਇਸ ਕਰਕੇ ਚੇਤੇ ਰੱਖਦਾ ਵੀ ਮੈਨੂੰ ਪਤਾ ਰਹੇ, ਮੇਰਾ ਧਿਆਨ ਰਹੇ ਵੀ ਜੀਵਨ ਦੀ ਇੱਕ ਹੱਦ ਹੈ, ਇੱਕ ਅਵਧੀ ਹੈ। ਸਰੀਰ ਨੂੰ ਇੱਕ ਸਮਾਂ, ਬੜਾ ਲਿਮਟਿਡ ਜਿਹਾ ਸਮਾਂ ਮਿਲਿਆ। ਜਿੰਨੀ ਚੀਜ਼ ਤੁਹਾਨੂੰ ਪਤਾ ਲੱਗ ਜਾਏ ਨਾ ਥੋੜੀ ਹੋਏ, ਉਨੀ ਉਸ ਨੂੰ ਤੁਸੀਂ ਸੰਭਾਲ ਕੇ ਵਰਤਦੇ ਹੋ, ਉਨੀ ਉਸ ਨੂੰ ਤੁਸੀਂ ਸਮਝ ਕੇ ਵਰਤਦੇ ਹੋ। ਹਜ਼ੂਰ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ ਖਿੰਥਾ ਕਾਲ, ਇਹ ਮੇਰੀ ਗੋਦੜੀ ਹੈ ਜਿਹੜੀ ਮੈਂ ਪਹਿਨਦਾ। ਕੁਆਰੀ ਕਾਇਆ ਜੁਗਤ, ਜੋਗੀ ਕੋਲ ਜੁਗਤ ਹੁੰਦੀ ਹੈ। ਪ੍ਰੋਸੈਸ ਕਿਵੇਂ, ਉਹ ਸਾਰਾ ਪ੍ਰੋਸੈਸ ਉਹਨੂੰ ਸਮਝਾਇਆ ਜਾਂਦਾ ਵੀ ਯੋਗ ਕਿਵੇਂ ਕਮਾਇਆ ਜਾਣਾ, ਕੀ ਕੀ ਰੂਲ ਨੇ, ਕੀ ਕੀ ਨਿਯਮ ਨੇ। ਕਹਿੰਦੇ ਕਾਇਆ ਨੂੰ, ਸਰੀਰ ਨੂੰ ਕੁਆਰੀ ਰੱਖਣਾ, ਭਾਵ ਵਕਾਰ ਤੋਂ, ਬਦੀ ਤੋਂ, ਮੰਦੇ ਅਮਲ ਤੋਂ, ਪ੍ਰਭਾਵਿਤ ਹੋਣ ਤੋਂ ਬਚਾਉਣਾ, ਇਹੀ ਮੇਰੀ ਜੁਗਤ ਹੈ। ਮੈਂ ਹੋਰ ਫੋਕਟ ਕਿਸਮ ਦੀਆਂ ਜੁਗਤਾਂ ਨਹੀਂ ਸਿੱਖਦਾ। ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀ, ਜੋਗੀ ਦੇ ਹੱਥ ਵਿੱਚ ਡੰਡਾ ਹੈ। ਹਜ਼ੂਰ ਕਹਿੰਦੇ ਨੇ ਪ੍ਰਤੀਤ, ਯਕੀਨ, ਵਿਸ਼ਵਾਸ, ਸਵੈ ਭਰੋਸਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅੰਦਰ ਵਸਦਾ ਹੋਇਆ ਮਹਿਸੂਸ ਕਰਕੇ ਮੇਰਾ ਆਪਣੇ ਪਰਮੇਸ਼ਰ ਦੇ ਉੱਤੇ ਬਣਿਆ ਹੋਇਆ ਯਕੀਨ ਹੀ ਮੇਰਾ ਡੰਡਾ ਹੈ। ਤੁਸੀਂ ਵੇਖੋ ਹਰ ਚੀਜ਼ ਮਹਾਰਾਜ ਨੇ ਗਿਣੀ। ਇਹ ਤਾਂ ਇੱਕ ਪੌੜੀ ਹੈ, ਇਸ ਤੋਂ ਅੱਗੇ ਅਗਲੀ ਪੌੜੀ ਪੜ੍ਹਦੇ ਹਾਂ, ਭੁਗਤ ਗਿਆਨ ਦਇਆ ਭੰਡਾਰਾ। ਜੇ ਅਸੀਂ ਇੱਕ ਇੱਕ ਪੌੜੀ ਨੂੰ ਵੀ ਰੋਜ਼ਾਨਾ ਸਮਝ ਕੇ ਪੜ੍ਹੀਏ, ਵੀ ਮੰਨ ਲਓ ਰੋਜ਼ ਤੁਸੀਂ 10 ਮਿੰਟ ਕੱਢੋ, ਇੱਕ ਪੌੜੀ ਨੂੰ ਪੜ੍ਹੋ, ਉਹਦਾ ਅਰਥ ਪੜ੍ਹੋ, ਤਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਜਪਜੀ ਸਾਹਿਬ ਦੇ ਅਰਥ ਬੜੇ ਸੁਖੱਲੇ ਢੰਗ ਨਾਲ ਪੜ੍ਹੇ ਜਾਂਦੇ।
ਤੇ ਜੇ ਨਾ ਧਿਆਨ ਦਈਏ ਤੇ ਧਿਆਨ ਇੰਨਾ ਹੀ ਰਹੇ ਵੀ ਮੈਂ ਅੱਗੇ 20 ਮਿੰਟਾਂ 'ਚ ਜਪਜੀ ਸਾਹਿਬ ਕਰਦਾ ਸਾਂ, ਹੁਣ ਮੈਂ 10 ਮਿੰਟਾਂ 'ਚ ਕਰਨ ਲੱਗ ਗਿਆ ਤੇ ਸਮਝ ਕੁਝ ਨਹੀਂ ਆਇਆ। ਜੋ ਗਰੀਬ ਨਵਾਜ ਨੇ ਫਰਮਾਇਆ ਹੈ ਉਸ ਤੋਂ ਮਨ ਅਛੋਹ ਰਹਿ ਗਿਆ, ਅਭਿੱਜ ਰਹਿ ਗਿਆ। ਇਹਨੇ ਕੀਮਤੀ ਬੋਲ ਜਿਹੜੇ ਸਨ ਉਹ ਟਾਈਮ ਲਿਮਟ ਵਿੱਚ ਹੀ ਲੰਘ ਗਏ। ਤੇ ਉਹ ਇੱਕ ਵੱਖਰਾ ਰਾਹ ਹੈ। ਸੋ ਗੁਰੂ ਗਰੀਬ ਨਵਾਜ ਮਹਾਰਾਜ ਇੱਥੇ ਵੀ ਇਸ ਪਾਵਨ ਸ਼ਬਦ ਦੇ ਰਾਓ ਦੇ ਬੰਦ ਵਿੱਚ ਕਹਿੰਦੇ ਨੇ, ਐਸਾ ਗਿਆਨ ਕਥੈ ਬਨਵਾਰੀ। ਕਹਿੰਦੇ ਇਹ ਸਮਝ ਜਿਹੜੀ ਹੈ ਨਾ, ਜੇ ਕਬੀਰ ਜੀ ਕਹਿੰਦੇ ਜਿਹੜੀ ਸਮਝ ਮੇਰੇ ਅੰਦਰ ਹੈ ਨਾ, ਮੈਂ ਇਹਦਾ ਕੋਈ ਗੁਰੂਰ ਨਹੀਂ ਕਰਦਾ ਵੀ ਇਹ ਮੇਰੀ ਕਮਾਈ ਹੋਈ ਹੈ। ਇੱਕ ਮਨੁੱਖ ਹੈ, ਉਹਨੂੰ ਤੁਸੀਂ ਜਿੰਨੀ ਮਰਜ਼ੀ ਅਕਲ ਦੇਣ ਦੀ ਕੋਸ਼ਿਸ਼ ਕਰੋ, ਬੜੇ ਦਾਨੇ ਬੰਦੇ ਉਹਦੇ ਘੇਰੇ ਘੇਰੇ ਬਿਠਾ ਦਿਓ ਵੀ ਤੁਸੀਂ ਇਹਨਾਂ ਨੂੰ ਅਕਲ ਦੇਣੀ, ਜੇ ਉਹਦੇ ਅੰਦਰ ਜਗਿਆਸਾ ਦਾ ਤੱਤ ਨਹੀਂ ਨਾ, ਤਾਂ ਦੁਨੀਆ ਦੇ ਬਿਹਤਰੀਨ ਸਿਆਣੇ ਬੰਦੇ ਵੀ ਉਸ ਬੇਅਕਲ ਨੂੰ, ਮੂਰਖ ਨੂੰ ਅਕਲ ਨਹੀਂ ਦੇ ਸਕਦੇ। ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ। ਬਾਣੀ ਦਾ ਇੱਕ ਵਾਕ ਹੈ, ਅੰਧੇ ਚਾਨਣ ਰੱਖੀਐ ਦੀਵੇ ਬਲੈ 50। ਕਹਿੰਦੇ ਬੰਦਾ ਅੰਨਾ ਹੋਵੇ ਤੇ 50 ਦੀਵੇ ਬਾਲ ਦਿਓ, ਉਹਨੂੰ ਚਾਨਣ ਨਹੀਂ ਹੋਣ ਲੱਗਿਆ, ਦਿਸੇਗਾ ਨਹੀਂ। ਇਸੇ ਤਰ੍ਹਾਂ ਜਿਹੜਾ ਮਨੁੱਖ ਜਗਿਆਸਾ ਨਹੀਂ ਨਾ ਰੱਖਦਾ, ਜਿਹਨੂੰ ਅਸੀਂ ਭੁੱਖ ਕਹਿੰਦੇ ਹਾਂ, ਅੰਦਰ ਜਾਣਨ ਦੀ ਤਲਬ, ਕੁਝ ਪਾਉਣ ਦੀ ਇੱਛਾ, ਉਹਨੂੰ ਤੁਸੀਂ ਕਿੱਡੀ ਵੀ ਵੱਡੀ ਗਿਆਨ ਦੀ ਗੱਲ ਦੱਸੋ, ਉਹਦੇ ਲਈ ਫਜ਼ੂਲ ਹੈ, ਉਹਦੇ ਲਈ ਕੋਈ ਮਾਇਨਾ ਨਹੀਂ ਹੈ, ਕੋਈ ਅਰਥ ਨਹੀਂ ਹੈ। ਜੋ ਜਾਣਨਾ ਚਾਹੁੰਦਾ ਹੈ, ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਕਾਏ। ਹਜ਼ੂਰ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਜੋ ਮੈਂ ਸਮਝ ਪਾਈ ਆ ਨਾ, ਮੈਂ ਇਹਦਾ ਦਾਅਵਾ ਨਹੀਂ ਕਰਦਾ, ਨਾ ਮੈਂ ਇਹਦਾ ਗੁਰੂਰ ਕਰਦਾ ਵੀ ਇਹ ਕੋਈ ਮੇਰਾ ਆਪਣਾ ਸਟਰਗਲ ਹੈ। ਜੇ ਇਸ ਤਰ੍ਹਾਂ ਦਾਅਵਿਆਂ ਨਾਲ ਪਾਇਆ ਜਾਂਦਾ ਹੁੰਦਾ ਤਾਂ ਦੁਨੀਆ ਦਾ ਹਰ ਬੰਦਾ ਕਿਤੇ ਘੱਟ ਸਿਆਣਾ। ਇੰਨੀ ਸਿਆਣਪ ਘੋਟਣ ਤੋਂ ਬਾਅਦ ਵੀ ਲੋਕ ਕੁਰਾਏ ਕਿਉਂ ਪੈਂਦੇ ਨੇ? ਫਿਰ ਹਰ ਬੰਦਾ ਦੁਨੀਆ ਦਾ ਕਬੀਰ ਕਿਉਂ ਨਹੀਂ ਬਣ ਜਾਂਦਾ? ਹਰ ਵਿਅਕਤੀ ਜਿਹੜਾ ਹੈ ਉਹ ਭਗਤ ਰਵਿਦਾਸ ਜੀ ਮਹਾਰਾਜ ਵਰਗਾ ਕਿਉਂ ਨਹੀਂ ਬਣ ਜਾਂਦਾ? ਈਵਨ ਇੱਥੋਂ ਤੱਕ ਜਿਹੜੇ ਰੋਜ਼ ਸਾਡੇ ਵਰਗੇ ਬਾਣੀ ਪੜ੍ਹਦੇ ਨੇ ਕਬੀਰ ਜੀ ਮਹਾਰਾਜ ਦੀ, ਭਗਤ ਰਵਿਦਾਸ ਜੀ ਜਿਹਨਾਂ PhDਆਂ ਕਰ ਛੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਕਬੀਰ ਜੀ ਦੇ ਉੱਤੇ, ਰਵਿਦਾਸ ਜੀ ਦੇ ਉੱਤੇ, ਐ ਕੱਲਾ ਕੱਲਾ ਅੱਖਰ ਜਿਹੜਾ ਉਹਦੇ ਅਰਥ ਕੀਤੇ, ਉਹਨਾਂ ਤੇ ਖੋਜਾਂ ਕੀਤੀਆਂ, ਖੋਜ ਪੱਤਰ ਲਿਖੇ, ਆਪਣੀ ਰਿਸਰਚ ਪੇਪਰ ਛਾਪੇ, ਫਿਰ ਤਾਂ ਉਹਨਾਂ ਨੂੰ ਕਬੀਰ ਹੋ ਜਾਣਾ ਚਾਹੀਦਾ ਸੀ, ਪਰ ਨਹੀਂ ਹੋ ਸਕੇ। ਕਬੀਰ ਨੂੰ ਉਹ ਜਾਣ ਹੀ ਨਹੀਂ ਸਕੇ। ਉਹ ਅੱਖਰਾਂ ਦੇ ਵਿੱਚੋਂ ਜਾਣਨਾ ਚਾਹੁੰਦੇ ਸਨ, ਭਾਵ ਵਿੱਚੋਂ ਨਹੀਂ ਜਾਣ ਸਕੇ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਐਸਾ ਗਿਆਨ ਕਥੈ ਬਨਵਾਰੀ। ਇਹ ਜਿਹੜੀ ਸਮਝ ਹੈ, ਇਹ ਮੇਰੀ ਆਪਣੀ ਕੋਈ ਹੰਕਾਰ ਵਿੱਚੋਂ ਜਾਂ ਮੇਰੀ ਆਪਣੀ ਬੁੱਧੀ ਵਿੱਚੋਂ ਨਹੀਂ, ਇਹ ਵਾਹਿਗੁਰੂ ਦੀ ਬਖਸ਼ਿਸ਼ ਵਿੱਚੋਂ ਪ੍ਰਾਪਤ ਹੋਈ ਹੈ। ਧਰਮੀ ਮਨੁੱਖ ਦੀ ਜ਼ਿੰਦਗੀ ਦਾ ਇਹ ਬੜਾ ਇੱਕ ਅਹਿਮ ਅਸੂਲ ਹੈ ਕਿ ਉਹ ਕਿਸੇ ਵੀ ਪ੍ਰਾਪਤੀ ਨੂੰ ਆਪਣੀ ਈਗੋ ਦੇ ਖਾਤੇ ਵਿੱਚ ਨਹੀਂ ਪਾਉਂਦਾ। ਜ਼ਿੰਦਗੀ ਦੀ ਹਰ ਪ੍ਰਾਪਤੀ ਤੇ ਹਰ ਚੰਗਿਆਈ ਨੂੰ, ਹਰ ਸ਼ਾਨ ਨੂੰ ਉਹ ਵਾਹਿਗੁਰੂ ਦੀ ਬਖਸ਼ਿਸ਼ ਕਹਿੰਦਾ ਹੈ। ਆਪਾਂ ਜਪਜੀ ਸਾਹਿਬ ਜਦੋਂ ਪੜ੍ਹਦੇ ਹਾਂ ਨਾ, ਅਖੀਰ ਦੇ ਉੱਤੇ ਹਜ਼ੂਰ ਕੀ ਕਹਿੰਦੇ ਨੇ? ਨਾਨਕ ਨਦਰੀ ਨਦਰ ਨਿਹਾਲ। ਈਗੋ ਹੈ ਹੀ ਨਹੀਂ। ਇਹ ਵਜ੍ਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਹਿੰਦੇ ਨਾ, ਉਹਦੀ ਨਦਰ ਨਾਲ ਨਦਰੀ ਨਦਰ ਨਿਹਾਲ। ਫਿਰ ਇਹ ਵੀ ਕਹਿੰਦੇ ਵਿੱਚੇ ਬਾਣੀ ਦੇ, ਜਿਨ ਕੋ ਨਦਰ ਕਰਮ ਤਿਨ ਕਾਰ, ਜਿਨ੍ਹਾਂ ਦੇ ਉੱਤੇ ਉਹ ਨਦਰ ਕਰਮ ਬਖਸ਼ਿਸ਼ ਕਰਦਾ ਹੈ। ਇਸੇ ਲਈ ਉਹਨਾਂ ਨੂੰ ਆਪਣੇ ਤੋਂ ਨੀਵੇਂ ਬੰਦੇ, ਵੈਸੇ ਤਾਂ ਉਹਨਾਂ ਕਿਸੇ ਨੂੰ ਨੀਵਾਂ ਨਹੀਂ ਮੰਨਿਆ, ਪਰ ਕਰੈਕਟਰ ਕਰਕੇ ਮਾੜੇ ਬੰਦਿਆਂ ਕੋਲ ਵੀ ਉਹਨਾਂ ਨੂੰ ਬਹਿਣ ਵਿੱਚ ਕੋਈ ਹਿਚਕਿਚਾਹਟ ਨਹੀਂ ਹੋਈ। ਨਾ ਆਖਿਆ ਜੋ ਮੇਰਾ ਹੈ, ਕਿਹੜਾ ਮੇਰਾ ਹੈ, ਇਹ ਤੇ ਵਾਹਿਗੁਰੂ ਦਾ ਹੈ, ਤੇ ਮੈਂ ਇਸ ਬੰਦੇ ਨਾਲ ਸਾਂਝਾ ਕਰਨਾ ਹੈ, ਸੱਜਣ ਨਾਲ ਮੈਂ ਸਾਂਝਾ ਕਰਨਾ ਆਇਆ। ਦਾਵਾ ਹੀ ਨਹੀਂ ਜ਼ਿੰਦਗੀ ਵਿੱਚ, ਗੁਰੂਰ ਹੀ ਕੋਈ ਨਹੀਂ ਜ਼ਿੰਦਗੀ ਵਿੱਚ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਹੇ ਮੇਰੇ ਮਨ, ਹਰ ਇੱਕ ਸਾਹ ਨੂੰ ਸੰਭਲ ਕੇ ਵਰਤ, ਭਾਵ ਇਸ ਜ਼ਿੰਦਗੀ ਦੀ ਕਦਰੋ ਕੀਮਤ ਸਮਝ, ਇਸ ਜੀਵਨ ਨੂੰ ਉੱਤਮ ਸਮਝ ਕੇ ਜੀ, ਇਸ ਨੂੰ ਉਹਦੀ ਰਹਿਮਤ, ਉਹਦੀ ਬਖਸ਼ਿਸ਼ ਸਮਝ ਕੇ ਜੀ। ਇਹੀ ਯੋਗਾ ਅਭਿਆਸ ਪ੍ਰਾਣਾਯਾਮ ਦਾ ਸੁਖਮਨਾ ਨਾੜੀ ਵਿੱਚ ਜਿਹੜਾ ਉਹ ਸਾਹ ਟਿਕਾਉਂਦੇ ਨਾ, ਸਾਹ ਰੋਕ ਲੈਂਦੇ ਨੇ, ਤੇ ਉਹਨੂੰ ਕਹਿੰਦੇ ਨੇ ਵੀ ਅਸੀਂ ਇਹ ਸੁਖਮਨਾ ਵਿੱਚ ਸਾਹ ਟਿਕਾ ਲਿਆ।
ਇਹਦੀ ਬਹੁਤ ਲੰਬੀ ਚੌੜੀ ਐਕਸਪਲੇਨੇਸ਼ਨ ਉਹ ਦਿੰਦੇ ਨੇ। ਤੋ ਇਸ ਨੂੰ ਕਹਿੰਦੇ ਨੇ ਤੇਰਾ ਇਹੀ ਪ੍ਰਾਣਾਯਾਮ ਹੈ, ਤੈਨੂੰ ਐਵੇਂ ਪੁੱਠੇ ਸਿੱਧੇ ਸਾਹ ਖਿੱਚਣ ਛੱਡਣ ਦੀ ਜ਼ਰੂਰਤ ਨਹੀਂ। ਤੂੰ ਹਰ ਸਾਹ ਦੀ ਕੀਮਤ ਸਮਝ, ਜ਼ਿੰਦਗੀ ਦੇ ਹਰ ਇੱਕ ਪਲ ਦੀ ਅਹਿਮੀਅਤ ਜਾਣ ਵੀ ਇਹ ਬੜਾ ਦੁਰਲੱਭ ਹੈ, ਇਹ ਬੜਾ ਕੀਮਤੀ ਹੈ। ਤੇ ਸਮਝ ਪ੍ਰਾਣਾਯਾਮ ਹੋ ਗਿਆ। ਸਮਝ ਤੂੰ ਈੜਾ ਪਿੰਗਲਾ ਸੁਖਮਨਾ ਦਾ ਅਭਿਆਸ ਕਰ ਲਿਆ। ਫਿਰ ਆਰੰਭ ਦੇ ਵਾਕ ਵਿੱਚ ਪਹਿਲੀ ਪੰਕਤੀ ਵਿੱਚ ਪ੍ਰਸ਼ਨ ਹੈ, ਕੁਐਸਚਨ ਹੈ, ਦੂਜੀ ਵਿੱਚ ਆਨਸਰ ਹੈ। ਪਿੰਡ ਮੂਏ ਜੀਓ ਕੇ ਘਰ ਜਾਤਾ। ਪਿੰਡ ਸਰੀਰ ਨੂੰ ਕਹਿੰਦੇ ਨੇ। ਔਰ ਭਗਤ ਬਾਣੀ ਜਿਹੜੇ ਮਹਾਨ ਸਤਿਪੁਰਸ਼ ਨੇ, ਉਹਨਾਂ ਦੀ ਬਾਣੀ ਦਾ ਭਾਵ ਜ਼ਿਆਦਾ ਮਾਇਨੇ ਰੱਖਦਾ ਹੈ, ਸ਼ਬਦਾਵਲੀ ਕੋਈ ਵੀ ਹੋਵੇ। ਪਿੰਡ ਮੂਏ ਸਰੀਰ ਮਰ ਜਾਏ, ਦੇਹ ਅਧਿਆਸ ਇਹਨੂੰ ਕਹਿੰਦੇ ਨੇ, ਮੋਹ ਦਾ ਤਿਆਗ ਹੋ ਜਾਣਾ। ਕਹਿੰਦੇ ਨੇ ਜਦੋਂ ਮੋਹ ਦਾ ਤਿਆਗ ਕਰੀਏ, ਬੰਦਾ ਵਿਕਾਰੀ ਹੈ ਤੇ ਉਹਦੀ ਲਗਨ ਕਿੱਥੇ ਲੱਗੀ ਹੋਈ ਹੈ? ਵਿਕਾਰ ਵਿੱਚ। ਡਰੱਗੀ ਬੰਦੇ ਦੀ ਸੁਰਤ ਕਿਹਦੇ ਵਿੱਚ ਅਟਕੀ ਹੋਏਗੀ? ਡਰੱਗ ਵਿੱਚ। ਕਾਮੀ ਦੀ ਕਾਮ ਵਿੱਚ, ਕ੍ਰੋਧੀ ਦੀ ਕ੍ਰੋਧ ਵਿੱਚ, ਹੰਕਾਰੀ ਦੀ ਹੰਕਾਰ ਵਿੱਚ। ਜਿੱਥੇ ਜਿੱਥੇ ਕਿਸੇ ਦੀ ਤਾਰ ਲਗਨ ਲੱਗੀ ਹੋਈ ਹੈ, ਉਸ ਵਿਕਾਰ ਨੂੰ ਭੋਗਣ ਵਾਸਤੇ ਉਸ ਮਨੁੱਖ ਦੀ ਸੁਰਤ ਜਿਹੜੀ ਹੈ ਉਸ ਪਾਸੇ ਹੀ ਉਹਦੀ ਤਾਰ ਖੜਕਦੀ ਰਹੇਗੀ, ਅੰਦਰੋਂ ਉਹਨੂੰ ਖਿੱਚ ਪੈਂਦੀ ਰਹੇਗੀ। ਉਹ ਉਧਰ ਨੂੰ ਹੀ ਉਕਸਾਹਟ ਵਿੱਚ ਤੁਰਨ ਦਾ ਯਤਨ ਕਰੇਗਾ। ਇਹਨੂੰ ਮੋਹ ਕਿਹਾ। ਮੋਹ ਦਾ ਮਤਲਬ ਕੀ ਹੈ? ਅਟੈਚਮੈਂਟ। ਜਿਹੜੀ ਤੁਹਾਡੀ ਅਟੈਚਮੈਂਟ ਕਿਸੇ ਵਿਕਾਰ ਵਿੱਚ, ਮਾੜੀ ਵਾਸ਼ਨਾ ਵਿੱਚ ਲੱਗੀ ਹੋਈ ਹੈ, ਜਦੋਂ ਉਹ ਖਤਮ ਹੋ ਜਾਏ, ਜਦੋਂ ਤੇ ਉਹ ਲੱਗੀ ਹੈ ਉਦੋਂ ਤਾਂ ਤੁਹਾਡਾ ਮਨ ਉਧਰ ਰੁੱਝਿਆ। ਤੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਦੋਂ ਉਹ ਟੁੱਟ ਜਾਂਦੀ ਹੈ ਤਾਰ, ਜਦੋਂ ਤੁਹਾਡਾ ਮਾੜੇ ਪਾਸੇ ਦੀ ਲਗਨ ਹਟ ਜਾਂਦੀ ਹੈ, ਉਹਨੂੰ ਕਿਹਾ ਹੈ ਪਿੰਡ ਮੂਏ, ਦੇਹ ਦੇ ਆਸ ਮੁੱਕ ਜਾਂਦਾ। ਜਦੋਂ ਜੀਓ ਕੇ ਕਰ ਜਾਤ, ਫਿਰ ਮਨ ਕਿੱਥੇ ਜੁੜਦਾ? ਹੁਣ ਤੇ ਕ੍ਰੋਧ ਵਿੱਚ ਆ ਤੇ ਕ੍ਰੋਧ ਚ ਮਨ ਜੁੜਿਆ, ਮਨ ਰੁੱਝਿਆ। ਹੁਣ ਕੋਈ ਕਵੇ ਵੀ ਤੇਰਾ ਮਨ ਕਿੱਥੇ ਜੁੜਿਆ, ਮੈਂ ਆਖਾਂਗਾ ਜੀ ਕ੍ਰੋਧ ਵਿੱਚ ਹੈ, ਕਾਮ ਵਿੱਚ ਹੈ। ਜਦੋਂ ਮੈਂ ਇਧਰੋਂ ਵਿਹਲਾ ਹੋ ਗਿਆ, ਫਿਰ ਮਨ ਕਿੱਥੇ ਜਾਏਗਾ? ਫਿਰ ਇਹਦੀ ਇਕਾਗਰਤਾ ਕਿਹੜੀ ਚੀਜ਼ ਵਿੱਚ ਬਣੇਗੀ? ਜੀਓ ਕੇ ਘਰ ਜਾਤਾ। ਫਿਰ ਇਹਦਾ ਟਿਕਾਣਾ ਕਿੱਥੇ? ਫਿਰ ਇਹ ਕਿੱਥੇ ਰਿਹਾ ਕਰੇਗਾ? ਹੁਣ ਤੈਨੂੰ ਰੁਝੇਵਾਂ ਬਹੁਤ ਹੈ। ਕਾਮ ਤੋਂ ਮੁਕਤ ਹੋਏਗਾ, ਕ੍ਰੋਧ ਚ ਜਾਏਗਾ, ਹੰਕਾਰ ਚ ਜਾਏਗਾ, ਈਰਖਾ। ਅਸੀਂ ਸਾਰਾ ਦਿਨ ਇਹੀ ਬਿਰਤੀਆਂ ਭੋਗਦੇ ਹਾਂ, ਪਲ 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 ਹਰ ਚੀਜ਼। ਜਦੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈ, ਇੱਕ ਨੈਗੇਟਿਵਿਟੀ ਸਾਡੇ ਅੰਦਰ ਪੈਦਾ ਹੋ ਜਾਂਦੀ। 24 ਘੰਟੇ ਆਵਾਗਮਨ ਹੋਤ ਹੈ, ਫੋਨ ਫੋਨੇ ਪ੍ਰਸੰਗ ਨਾ ਟੁੱਟੇ। ਇੱਕ ਕੰਟੀਨਿਊ ਅਸੀਂ ਸਰਕਲ ਵਿੱਚ ਪੈ ਰਹੇ ਨੇ, ਲਗਾਤਾਰ ਲਗਾਤਾਰ। ਤੋ ਜਦੋਂ ਉਹ ਲਗਨ ਟੁੱਟ ਜਾਂਦੀ ਹੈ ਮਾੜੇ ਪਾਸੇ ਦੀ, ਮਨ ਕਿੱਥੇ, ਸੁਰਤ ਕਿੱਥੇ ਜਾ ਅੜਕਦੀ ਹੈ, ਕਿੱਥੇ ਜੁੜਦੀ ਹੈ? ਹਜ਼ੂਰ ਉਹਦਾ ਉੱਤਰ ਦਿੰਦੇ ਨੇ, ਸ਼ਬਦ ਅਤੀਤ ਅਨਾਹਦ ਰਾਤਾ। ਅਤੀਤ ਦਾ ਅਰਥ ਹੈ ਮੁਕਤ ਹੋਇਆ, ਕਿਸੇ ਚੀਜ਼ ਦੇ ਪ੍ਰਭਾਵ ਤੋਂ ਰਹਿਤ ਹੋ ਜਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਕਾਲ ਪੁਰਖ ਨੂੰ ਅਤੀਤ, ਨਿਰਲੇਪ ਵੀ ਵਿੱਚ ਰਹਿੰਦੇ ਹੋਇਆਂ ਵੀ ਜਿਹੜਾ ਉਹਦੀ ਨੈਗੇਟਿਵਿਟੀ ਦੇ ਪ੍ਰਭਾਵ ਤੋਂ ਮੰਨ ਲਓ ਜਿਵੇਂ ਬੰਦਾ ਜਨਮਿਆ, ਇਹਨੂੰ ਵਿਦਵਾਨਾਂ ਨੇ ਜਿਹੜੀ ਐਕਸਪਲੇਨੇਸ਼ਨ ਦਿੱਤੀ ਉਹ ਕਹਿੰਦੇ ਬੰਦਾ ਜੰਮਿਆ, ਉਹਦੇ ਵਿੱਚ ਪਰਮੇਸ਼ਰ ਹੈ, ਪਰ ਪਰਮੇਸ਼ਰ ਨਹੀਂ ਜੰਮਿਆ। ਅਸੀਂ ਬਿਮਾਰ ਹੋਏ, ਰੱਬ ਹੈ ਸਾਡੇ ਅੰਦਰ, ਪਰ ਰੱਬ ਬਿਮਾਰ ਨਹੀਂ ਹੋਇਆ। ਅਸੀਂ ਬਚਪਨ, ਜਵਾਨੀ, ਬੁਢੇਪਾ ਮਾਣਿਆ, ਪਰ ਰੱਬ ਨਾ ਬਾਲਕ ਸੀ, ਨਾ ਜਵਾਨ ਹੋਇਆ, ਨਾ ਬੁਢੇਪੇ ਚ ਆਇਆ। ਸਰੀਰ ਮਰੇਗਾ, ਨਾ ਰੱਬ ਮਰੇਗਾ ਨਹੀਂ। ਉਹ ਹੁੰਦਿਆਂ ਹੋਇਆਂ ਵੀ ਉਹਦੇ ਤੇ ਇਫੈਕਟ ਕੋਈ ਨਹੀਂ। ਇਸੇ ਕਰਕੇ ਉਹਦੇ ਲਈ ਸ਼ਬਦ ਕੀ ਵਰਤ ਹੈ? ਅਕਾਲ ਪੁਰਖ, ਕਾਲ ਤੋਂ ਮੁਕਤ, ਸਮੇਂ ਤੋਂ ਪਰੇ। ਉਸ ਨੂੰ ਕਿਹਾ ਹੈ ਵੀ, ਪਰ ਪ੍ਰਭਾਵ ਉਹਦੇ ਤੇ ਕੋਈ ਨਹੀਂ। ਤੇ ਜਿਸ ਨੇ ਉਸ ਅਕਾਲ ਵਰਗੇ ਹੋਣਾ, ਉਹ ਸੰਸਾਰ ਵਿੱਚ ਰਹੇਗਾ ਵੀ। ਮੰਨ ਲਓ ਬਦ ਬੰਦੇ ਕੋਲ ਬੈਠਾ ਵੀ ਹੈ, ਪਰ ਬਦੀ ਨੂੰ ਅਸੈਪਟ ਨਹੀਂ ਕਰੇਗਾ, ਜ਼ਿੰਦਗੀ 'ਚ ਦਾਖਲ ਨਹੀਂ ਹੋਣ ਦੇਗਾ। ਉਸ ਨੂੰ ਕੋਈ ਲੱਖ ਕਹੇ ਉਹ ਮਾੜਾ ਬੰਦਾ ਉਹਦੇ ਕੋਲ ਨੇ, ਜੇ ਉਹਦੇ ਅੰਦਰ ਸੱਚਮੁੱਚ ਹੀ ਧਰਮ ਹੈ ਤੇ ਫਰਕ ਨਹੀਂ ਪੈਂਦਾ, ਤੇ ਜੇ ਨਹੀਂ ਹੈ, ਵਿਖਾਵਾ ਹੈ, ਫਿਰ ਬਹੁਤ ਫਰਕ ਪੈਂਦਾ। ਗੁਰੂ ਨਾਨਕ ਸਾਹਿਬ ਨੂੰ ਵੀ ਦੁਨੀਆ ਨੇ ਕਿਹਾ ਹੋਏਗਾ ਜੀ ਉਹ ਤਾਂ ਚੋਰ ਨੇ, ਠੱਗ ਨੇ, ਜਿਨ੍ਹਾਂ ਕੋਲ ਤੁਸੀਂ ਰਾਹ ਪੁੱਛਦੇ ਹੋ, ਜਿਨ੍ਹਾਂ ਦੇ, ਉਹਨਾਂ ਕੋਲ ਨਾ ਜਾਓ। ਤੁਸੀਂ ਧਰਮੀ ਬੰਦੇ ਹੋ, ਕਿੱਥੇ ਸੱਜਣ ਠੱਗ, ਤੁਸੀਂ ਉੱਥੇ ਕੀ ਲੈਣ ਜਾਣਾ? ਪਰ ਗੁਰੂ ਨਾਨਕ ਮਹਾਰਾਜ ਤਾਂ ਪ੍ਰੌੜ ਨੇ।
ਉਹ ਤਾਂ ਧਰਮ ਦੀ ਉੱਚੀ ਸ਼ਾਨ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਬੀਰ ਧਰਤੀ ਸਾਧ ਕੀ ਤਸਕਰ ਬੈਸੈਂ ਗਾਹੇ, ਧਰਤੀ ਭਾਰ ਨਾ ਵਿਆਪੇ ਉਨ ਕੋ ਲਾਹੂ ਲਾਏ। ਕਹਿੰਦੇ ਨੇ ਨੇਕ ਵਕਤ ਬੰਦਿਆਂ ਕੋਲ ਚੋਰ ਆ ਕੇ ਬਹਿ ਜਾਏ ਤਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਨੂੰ ਕਾਹਦਾ ਡਰ ਹੈ? ਹਾਂ, ਉਹ ਚੋਰ ਭਾਵੇਂ ਕੋਈ ਲਾਹਾ ਖੱਟ ਕੇ ਚਲਿਆ ਜਾਏ, ਉਹ ਭਾਵੇਂ ਕੋਈ ਚੰਗਾ ਪ੍ਰਭਾਵ ਕਬੂਲ ਲਵੇ, ਪਰ ਸਤਸੰਗ ਜੇ ਹੋਣ ਸਤਸੰਗੀ ਤਾਂ ਫਰਕ ਕੋਈ ਨਹੀਂ ਪੈਂਦਾ, ਕੋਈ ਚਿੰਤਾ ਨਹੀਂ। ਤੋ ਇਸੇ ਨੂੰ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਸ਼ਬਦ ਅਤੀਤ। ਅਤੀਤ ਦਾ ਮਤਲਬ ਹੈ ਪ੍ਰਭਾਵ ਤੋਂ ਰਹਿਤ, ਜਿਹਦੇ ਉੱਤੇ ਕੋਈ ਇਫੈਕਟ ਨਹੀਂ ਪੈ ਰਿਹਾ ਬਦੀ ਦਾ। ਕਹਿੰਦੇ ਨੇ ਸ਼ਬਦ ਦੇ ਰਾਹੀਂ ਉਹ ਅਨਾਹਦ ਰਾਤਾ। ਅਨਾਹਦ ਦਾ ਮਤਲਬ ਹੈ ਜਿਸ ਦੀ ਹੱਦ ਲਿਮਟ ਕੋਈ ਨਹੀਂ, ਜੋ ਪਰਮੇਸ਼ਰ ਸਦੀਵ ਕਾਲ ਹੈ ਉਹਦੇ ਵਿੱਚ ਰਤਿਆ ਜਾਂਦਾ ਹੈ ਗੁਰੂ ਉਪਦੇਸ਼ ਦੇ ਰਾਹੀਂ, ਤੇ ਉਹਦੇ ਤੇ ਇਫੈਕਟ ਕੋਈ ਨਹੀਂ। ਉਹ ਮਨ ਅਤੀਤ ਹੋ ਜਾਂਦਾ ਹੈ, ਵਾਹਿਗੁਰੂ ਵਿੱਚ ਰਤਿਆ ਜਾਂਦਾ ਹੈ। ਚੰਗੀ ਜਿੱਥੇ ਬੁਰਾਈ ਦਾ ਵਾਸ ਸੀ ਚੰਗਿਆਈ ਦਾ ਹੋ ਗਿਆ, ਜਿੱਥੇ ਵਿਕਾਰ ਪ੍ਰਭਾਵੀ ਸਨ ਉੱਥੇ ਗੁਣ ਪ੍ਰਭਾਵੀ ਹੋ ਗਏ। ਤੋ ਪਾਸਾ ਬਦਲ ਲਿਆ, ਇਹਨੂੰ ਆਪਾਂ ਕਹਿ ਸਕਦੇ ਹਾਂ। ਤੋ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਨ ਰਾਮ ਜਾਣਿਆ ਤਿਨੈ ਪਛਾਨਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਜਿਸ ਨੇ ਜਾਣਿਆ ਹੈ ਸਰਵ ਵਿਆਪਕ ਪਰਮੇਸ਼ਰ ਨੂੰ ਆਪਣੇ ਵਜੂਦ ਵਿੱਚੋਂ, ਉਸੇ ਨੇ ਹੀ ਉਹਦੀ ਪਹਿਚਾਣ ਕੀਤੀ ਕਿ ਉਹ ਹੈ ਕੀ। ਸਾਡਾ ਪਹਿਲਾ ਸਵਾਲ ਹੁੰਦਾ ਹੈ ਉਹ ਕੀ ਹੈ, ਮੈਂ ਉਹਨੂੰ ਜਾਣਨਾ ਚਾਹੁੰਦਾ। ਕਬੀਰ ਜੀ ਕਹਿੰਦੇ ਪਹਿਲੋਂ ਜਾਣ ਲੈ, ਬੁੱਝ ਲੈ, ਪਛਾਣ ਵੀ ਆ ਜਾਏਗੀ। ਸਾਡੀ ਸਾਰੀ ਪ੍ਰਕਿਰਿਆ ਪਛਾਣ ਤੇ ਖੜੀ ਹੈ। ਹੁਲੀਆ ਦੱਸੋ, ਚਿਹਰਾ ਦੱਸੋ, ਪਛਾਣ ਦੱਸੋ, ਫਿਰ ਅਸੀਂ ਡਿਸਾਈਡ ਕਰਾਂਗੇ। ਕਬੀਰ ਜੀ ਕਹਿੰਦੇ ਨੇ ਤੁਰੋ, ਜਾਣਦੇ ਜਾਓਗੇ ਪਛਾਣ ਵੀ ਹੋ ਜਾਏ। ਆਪਾਂ ਇਸੇ ਲਈ ਪਹਿਲਾ ਸ਼ਬਦ ਵਰਤੇ ਜਾਣ ਪਹਿਚਾਣ ਕਰੋ। ਪਹਿਲਾਂ ਜਾਣੋ ਤੇ ਫਿਰ ਪਛਾਣੋ ਵੀ ਉਹ ਕੀ ਚੀਜ਼ ਹੈ। ਹੁਲੀਏ 'ਚ ਕੀ ਰੱਖਿਆ? ਹੁਲੀਏ ਤੋਂ ਤਾਂ ਕੋਈ ਸਾਧ ਦੇ ਸਕਦਾ ਤੇ ਨਿਕਲੇਗਾ ਚੋਰ। ਜੇ ਤੁਸੀਂ ਜਾਣਿਆ ਨਹੀਂ ਤੇ ਹੁਲੀਏ ਵਿੱਚੋਂ ਧੋਖਾ ਵੀ ਖਾ ਸਕਦੇ ਹੋ, ਮਖੌਟਾ ਵੀ ਹੋ ਸਕਦਾ ਹੈ। ਜਾਣਨਾ ਹੀ ਹੱਲ ਹੈ। ਜਾਣ ਵਿੱਚ ਹੀ ਅਸਲ, ਜਾਣਨ ਵਿੱਚ ਹੀ ਅਸਲ ਪਛਾਣ ਲੁਕੀ ਹੋਈ। ਜਦੋਂ ਅਸੀਂ ਕਿਸੇ ਨੂੰ ਜਾਣ ਲੈਂਦੇ ਹਾਂ ਤੇ ਖਤਾ ਨਹੀਂ ਖਾਂਦੇ, ਉਹ ਭਾਵੇਂ 10 ਮਖੌਟੇ ਪਹਿਨ ਲਏ, ਖਤਾ ਨਹੀਂ ਹੋਏਗੀ। ਕਿਉਂਕਿ ਜਿੱਥੋਂ ਤੁਸੀਂ ਜਾਣਿਆ ਨਾ ਉੱਥੇ ਮਖੌਟੇ ਨਾਲ ਧੋਖਾ ਨਹੀਂ ਖਾਧਾ ਜਾ ਸਕਦਾ। ਤਾਂ ਫਰਕ ਇਹ ਹੈ, ਸੰਸਾਰ ਸਭ ਤੋਂ ਪਹਿਲਾਂ ਪਛਾਣਨ ਦੀ ਕੋਸ਼ਿਸ਼ ਕਰਦਾ ਹੈ ਬਿਨਾਂ ਜਾਣਨ ਤੋਂ, ਤੇ ਸਾਡੀ ਜਿੰਨੀ ਵੀ ਪਛਾਣ ਹੈ ਉਹ ਸਾਰੀ ਦੀ ਸਾਰੀ ਫਿਜ਼ੀਕਲੀ ਮਟੀਰੀਅਲ ਬੇਸਡ ਹੈ। ਇਸੇ ਲਈ ਸਾਡਾ ਸਵਾਲ ਪਹਿਲਾਂ ਕੀ ਹੁੰਦਾ ਹੈ, ਰੱਬ ਹੈ ਤਾਂ ਦਿਖਾਓ, ਤੇ ਦਿਖਾ ਦਿਓਗੇ ਤੇ ਮੰਨ ਜਾਵਾਂਗੇ। ਤੋ ਲਿਲਕ ਤੇ ਹੈ ਅੰਦਰ ਕਿ ਜੇ ਦਿਸ ਪਏ ਤੇ ਮੰਨਣ 'ਚ ਕੀ ਅਰਜ਼ ਹੈ। ਤੇ ਇੱਕ ਪਾਸੇ ਜਦੋਂ ਇਹ ਕਹਿਣ ਵੀ ਹੈ ਹੀ ਨਹੀਂ, ਤੇ ਦੂਜੇ ਪਾਸੇ ਜੇ ਹੈ ਤੇ ਵਿਖਾ ਵੀ ਦਿਓ। ਤੇ ਜੇ ਹੈ ਹੀ ਨਹੀਂ ਤੇ ਦੇਖਣਾ ਕੀ ਹੈ? ਫਿਰ ਇਹ ਇੱਛਾ ਵੀ ਕਿਉਂ ਪਾਲ ਰੱਖੀ? ਮੰਨ ਲਓ ਜੇ ਤੁਸੀਂ ਮੰਨਣਾ ਹੀ ਨਹੀਂ ਤੇ ਤੁਹਾਡੇ ਸਾਹਮਣੇ ਕੋਈ ਬਾਹੋਂ ਫੜ ਕੇ ਲਿਆ ਕੇ ਖਿਲਾਰ ਦੇਵੇ ਤੇ ਪੋਸੀਬਿਲਿਟੀ ਕਿਉਂ ਰੱਖੀ ਹੋਈ ਹੈ ਵੀ ਫਿਰ ਮੰਨ ਲਵਾਂਗੇ? ਵਿਖਾ ਦਿਓ ਤੇ ਮੰਨ ਲਵਾਂਗੇ। ਨਹੀਂ ਮੰਨਣਾ ਤੇ ਨਹੀਂ ਮੰਨਣਾ। ਦਰਅਸਲ ਇਹ ਡਿਬੇਟ ਉਹਨਾਂ ਵਿਚਕਾਰ ਚੱਲਦੀ ਹੈ ਜਿੱਥੇ ਇੱਕ ਦੂਜੇ ਨੂੰ ਆਪਣੀ ਦਲੀਲ, ਆਪਣੇ ਤਰਕ, ਆਪਣੇ ਲੌਜਿਕ ਨਾਲ ਆਪਣੇ ਪੱਖ ਨੂੰ ਸਿੱਧ ਕਰਨ ਦੀ ਖੇਡ ਹੁੰਦੀ ਹੈ। ਗੁਰਮਤ ਦੀ ਇਹ ਖੇਡ ਹੀ ਨਹੀਂ। ਤੁਸੀਂ ਇਨਕਾਰ ਵੀ ਕਰੋਗੇ, ਗੁਰੂ ਸਾਹਿਬ ਕਹਿੰਦੇ ਨੇ ਬਚ ਨਹੀਂ ਸਕੋਗੇ। ਉਸ ਨੂੰ ਤਾਂ ਨਿਰਗੁਣ ਬਿਆਨ ਕੀਤਾ ਹੈ। ਤੋ ਖੈਰ ਇੱਥੇ ਜਿਹੜੀ ਖੇਡ ਹੈ, ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ ਜਿਨ ਰਾਮ ਜਾਣਿਆ, ਜਿਹਨੇ ਆਪਣੇ ਵਜੂਦ ਵਿੱਚੋਂ ਉਸ ਨੂੰ ਜਾਣਿਆ ਹੈ, ਉਸ ਦੀ ਸਮਝ ਪਾਈ ਹੈ, ਤਿਨੇ ਪਛਾਣਿਆ, ਉਸਨੇ ਉਸ ਨੂੰ ਪਹਿਚਾਣ ਲਿਆ। ਤੋ ਅੱਗੇ ਜਾ ਕੇ ਕਹਿੰਦੇ ਨੇ ਜਿਉਂ ਗੂੰਗੇ ਸਾਕਰ ਮਨ ਮਾਨਿਆ। ਪਰ ਕਹਿੰਦੇ ਨੇ ਉਹਦੀ ਮਨੋਵਸਥਾ ਇਹ ਵੀ ਹੈ ਵੀ ਜਿਵੇਂ ਗੂੰਗੇ ਨੂੰ ਸ਼ੱਕਰ ਮਿਠਾਸ ਖਵਾ ਦਿਓ ਤੇ ਫਿਰ ਉਹਨੂੰ ਉਹਦੇ ਕੋਲ ਉਹਦਾ ਸਵਾਦ ਪੁੱਛੋ ਤੇ ਉਹਦੇ ਕੋਲ ਦੱਸਣ ਦਾ ਟੂਲ ਹੀ ਹੈ ਨਹੀਂ। ਕਿਵੇਂ ਦੱਸੇਗਾ, ਕਿਵੇਂ ਬਿਆਨ ਕਰੇਗਾ? ਕਹਿੰਦੇ ਨੇ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਉਸ ਨੂੰ ਬਿਆਨ ਸ਼ਬਦਾਂ ਤੋਂ ਪਰੇ ਦੀ ਉਹ ਮਨੋਵਸਥਾ ਵਿੱਚ ਹੁੰਦਾ ਹੈ
ਉਹਦਾ ਜਿਹੜਾ ਜੀਵਨ ਪੱਧਰ ਹੈ, ਜਿਹੜਾ ਸੁਰਤ ਦਾ, ਜੋ ਮਨ ਦਾ ਸਕੂਨ ਹੈ, ਉਹਨੂੰ ਐਕਸਪਲੇਨ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਨਾਰਮਲ ਜ਼ਿੰਦਗੀ ਵਿੱਚ ਵੀ ਐਕਸਪਲੇਨ ਨਹੀਂ ਹੁੰਦੀਆਂ। ਤੁਸੀਂ ਫੁੱਲ ਦੇ ਕੋਲ ਜਾਓ ਤੇ ਸੁਗੰਧੀ ਮਾਣੋ ਤੇ ਦੂਰ ਖੜੇ ਬੰਦੇ ਨੂੰ ਉਹ ਤੁਹਾਨੂੰ ਕੁਐਸਚਨ ਕਰੇ ਕਿੱਦਾਂ ਦੀ ਹੈ, ਕਿਵੇਂ ਐਕਸਪਲੇਨ ਕਰੋ। ਤੁਹਾਨੂੰ ਬੇਤਹਾਸ਼ਾ ਖੁਸ਼ੀ ਹੈ, ਤੁਹਾਡੀਆਂ ਅੱਖਾਂ 'ਚ ਹੰਝੂ ਆ ਗਏ, ਤੁਹਾਡੇ ਕੋਲ ਕਈ ਮਿੰਟ ਸ਼ਬਦ ਨਹੀਂ ਜੁੜ ਸਕੇ ਵੀ ਮੈਂ ਆਪਣੇ ਅੰਦਰ ਦੀ ਖੁਸ਼ੀ ਕਿਵੇਂ ਐਕਸਪਲੇਨ ਕਰਾਂ। ਤੁਸੀਂ ਪੀੜ ਵਿੱਚ ਹੋ, ਤੁਹਾਨੂੰ ਕੋਈ ਪੁੱਛਦਾ ਵੀ ਕੀ ਹੋ ਰਿਹਾ, ਤੁਸੀਂ ਕਹਿੰਦੇ ਹੋ ਦਰਦ ਹੋ ਰਿਹਾ। ਕਿੰਨਾ ਕੁ ਹੋ ਰਿਹਾ? ਕੋਈ ਰੇਸ਼ੋ ਹੀ ਨਹੀਂ। ਜਾਂ ਕਹੋਗੇ ਮਾਮੂਲੀ ਹੈ, ਕਾਫੀ ਹੈ, ਬਹੁਤ ਜ਼ਿਆਦਾ ਹੋ ਰਿਹਾ। ਤੁਹਾਡੇ ਹਾਵ ਭਾਵ ਵੀ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨੂੰ ਕੋਈ ਮਾਪਣ ਦੀ ਪ੍ਰਕਿਰਿਆ ਨਹੀਂ ਹੈ ਸਾਡੇ ਕੋਲ। ਤੋ ਮਹਾਰਾਜ ਇੱਥੇ ਫਰਮਾਉਂਦੇ ਨੇ ਅਗਲੇ ਬੰਦ ਵਿੱਚ, ਸੋ ਗੁਰ ਕਰੋ ਜੇ ਬੌਰ ਨਾ ਕਰਨਾ। ਹੈ ਭਾਈ, ਐਸੇ ਗੁਰੂ ਦੇ ਲੜ ਲੱਗੋ ਕਿ ਦੁਬਾਰਾ ਕਿਸੇ ਗੁਰੂ ਨੂੰ ਭਾਲਣ ਦੀ ਲੋੜ ਨਾ ਪਵੇ। ਸੋ ਗੁਰ ਕਰੋ, ਫਿਰ ਗੁਰੂ ਨਾ ਧਾਰਨ, ਫਿਰ ਗੁਰੂ ਲੱਭਣਾ ਨਾ ਪਵੇ। ਉਹ ਕੌਣ ਹੈ ਗੁਰੂ? ਜਿਹੜਾ ਇੱਕ ਵਾਰ ਜੀਵਨ ਵਿੱਚ ਆ ਜਾਏ, ਜਿਹਦੇ ਨਾਲ ਇੱਕ ਵਾਰ ਰਿਲੇਟਡ ਹੋ ਜਾਏ, ਕਨੈਕਸ਼ਨ ਬਣ ਜਾਏ ਤੇ ਦੁਬਾਰਾ ਕਿਸੇ ਦੀ ਲੋੜ ਹੀ ਨਾ ਪਵੇ। ਉਹ ਹੈ ਵਿਵੇਕ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਤੋ ਅੱਗੇ ਸਮਝਾਉਂਦੇ ਹਨ, ਸੋ ਪਦ ਰਵੋ ਜੇ ਬੌਰ ਨਾ ਰਵਣਾ। ਐਸੀ ਮਨੋਵਸਥਾ ਤੇ ਟਿਕੋ ਵੀ ਬਦਲਣਾ ਬਾਰ-ਬਾਰ। ਅਸੀਂ ਤਾਂ ਚੇਂਜ ਹੁੰਦੇ ਆ ਨਾ। ਇੱਕ ਬੰਦਾ ਮਿਲ ਜਾਏ ਉਹਦੇ ਕੋਲ ਕੋ, ਜਾਂ ਦੂਜਾ ਮਿਲ ਜਾਏ ਕੋ, ਜਾਂ ਤੀਜਾ ਮਿਲ ਜਾਏ ਕੋ, ਜਾਂ ਚੌਥਾ ਮਿਲ ਜਾਏ। ਹਰ ਵੇਲੇ ਸਾਡਾ ਸਟੇਟਸ ਚੇਂਜ ਹੁੰਦਾ ਔਰ ਪਲ ਪਲ 'ਚ ਹੋ ਜਾਂਦਾ, ਸੈਕਿੰਟਾਂ ਦੇ ਹਿਸਾਬ ਨਾਲ ਹੁੰਦਾ। ਇੱਕ ਐਸੀ ਮਨੋਵਸਥਾ ਜਿੱਥੇ ਤੁਸੀਂ ਖੁਸ਼ ਹੋ ਤੇ ਬੜੇ ਸਪਸ਼ਟ ਹੋ, ਜਿੱਥੇ ਤਬਦੀਲੀ ਦੀ ਕੋਈ ਗੁੰਜਾਇਸ਼ ਵੀ ਮੈਂ ਬੰਦੇ ਦੇ ਹਿਸਾਬ ਨਾਲ, ਜਗ੍ਹਾ ਦੇ ਹਿਸਾਬ ਨਾਲ ਬਦਲਿਆ। ਸੋ ਧਿਆਨ ਧਰੋ ਜੇ ਬੌਰ ਨਾ ਧਰਨਾ। ਐਸੀ ਸੁਰਤ ਦੀ ਇਕਾਗਰਤਾ, ਟੀਚਾ ਸੈੱਟ ਕਰ ਲਓ ਵੀ ਦੁਬਾਰਾ ਭਟਕਣਾ ਨਾ ਪਵੇ। ਜਿਸ ਨੂੰ ਕਹਿੰਦਾ ਧਿਆਨ ਧਰਨਾ। ਜੇ ਮੈਂ ਪਹਿਲਾਂ ਆਰੰਭ ਵਿੱਚ ਇਹ ਗੱਲ ਕਹੀ ਸੀ ਵੀ ਵਿਸ਼ੇ ਵਿਕਾਰ ਜਾਂ ਕਿਸੇ ਬੁਰਾਈ ਜਾਂ ਐਸੀ ਨੈਗੇਟਿਵਿਟੀ ਜਿਹਨੂੰ ਕਿਹਾ ਹੈ, ਜਦੋਂ ਉਹਦੇ ਵਿੱਚ ਇੱਕ ਤੋਂ ਬਾਅਦ ਦੂਜੀ, ਤੀਜੀ, ਚੌਥੀ, ਰੋਜ਼ ਅਸੀਂ ਬਿਰਤੀਆਂ ਬਦਲਦੇ ਰਹਿੰਦੇ ਔਰ ਇੱਕ ਦਿਨ ਵਿੱਚ ਹੋਰ ਕਿੰਨੀਆਂ ਕੁ ਬਦਲਦੇ ਹਾਂ। ਤੋ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਐਸਾ ਧਿਆਨ ਧਰ, ਭਾਵ ਚੰਗਿਆਈ ਵਿੱਚ ਐਸੀ ਸੁਰਤ ਲਾ ਵੀ ਦੁਬਾਰਾ ਸੁਰਤ ਨੂੰ ਕਿਸੇ ਹੋਰ ਪਾਸੇ ਭਟਕਣ ਦੀ ਲੋੜ ਹੀ ਨਾ ਪਵੇ। ਅੰਦਰ ਦਾ ਠਹਿਰਾਓ ਤੇ ਟਿਕਾਓ ਬਣ। ਤੋ ਇਸ ਲਈ ਅਖੀਰ ਦੇ ਉੱਤੇ ਕਹਿੰਦੇ ਨੇ, ਐਸੇ ਮਰੋ ਜੇ ਬੌਰ ਨਾ ਮਰਨਾ। ਇਸ ਤਰ੍ਹਾਂ ਮਰ ਕੇ ਰੋਜ਼-ਰੋਜ਼ ਮਰਨ ਦੀ ਲੋੜ ਨਾ ਪਵੇ। ਇਹ ਫਿਜ਼ੀਕਲੀ ਗੱਲ ਨਹੀਂ ਹੋ ਰਹੀ, ਉਹ ਤਾਂ ਇੱਕੇ ਦਿਨ ਹੀ ਕੰਮ ਨਿਬੜੇਗਾ। ਪਰ ਜਿਹੜੇ ਇੱਥੇ ਮੌਤ ਦੀ ਗੱਲ ਹੈ ਉਹ ਕਿਹੜੀ ਹੈ? ਇੱਕ ਹੈ ਤਿਲ ਤਿਲ ਮਰਨਾ, ਵਿਸਰੈ ਮਰ ਜਾਉ। ਹਰ ਪਲ ਮਰਦੇ ਹਾਂ ਜਿਹੜਾ ਅੰਦਰੋਂ। ਇੱਕ ਹੀ ਮੌਤ ਮਾਰੋ, ਕਿਹੜੀ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋ। ਵਿਕਾਰ 'ਚ ਪਲ ਪਲ ਲੁੱਛਦਾ ਹੈ, ਇਹਨੂੰ ਤਿਆਗ ਦੇ। ਇੱਕ ਵਾਰ ਇਹਦਾ ਖਹਿੜਾ ਛੱਡ, ਇਸ ਪਾਸਿਓਂ ਇੱਕ ਵਾਰ ਮਾਰ, ਫਿਰ ਦੁਬਾਰਾ ਇਸ ਤਰ੍ਹਾਂ ਦੀ ਰੋਜ਼ ਦੀ ਮੌਤ ਨਹੀਂ ਆਏ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਹਾਵੋ। ਕਹਿੰਦੇ ਨੇ ਮੈਂ ਉਲਟੀ ਤ੍ਰਿਵੇਣੀ ਹੈ ਭਾਰਤ ਵਿੱਚ, ਗੰਗਾ, ਜਮਨਾ ਤੇ ਸਰਸਵਤੀ। ਕਹਿੰਦੇ ਨੇ ਵੀ ਉਹ ਗੁਪਤ ਰੂਪ ਵਿੱਚ ਆ ਕੇ ਮਿਲਦੀ, ਉਹਨਾਂ ਦੀ ਕਥਾ ਹੈ। ਤਿੰਨ ਨਦੀਆਂ ਤ੍ਰਿਵੇਣੀ, ਤਿੰਨੇ ਹੀ ਪਵਿੱਤਰ ਨਦੀਆਂ ਇਕੱਠੀਆਂ ਹੋ ਜਾਣ ਤੇ ਚਾਹੀਦਾ ਕੀ ਹੈ? ਇੱਕ ਨਦੀ ਦੇ ਹੀ ਇੰਨੇ ਗੁਣ ਗਾਇਨ ਕੀਤੇ ਗਏ। ਜਿੱਥੇ ਤਿੰਨ ਰਲ ਗਈਆਂ ਉੱਥੋਂ ਦਾ ਤਾਂ ਇਸ਼ਨਾਨ ਸਿੱਧਾ ਹੀ ਸਵਰਗ ਦੀ ਟਿਕਟ ਦੇਗਾ। ਤੋ ਤ੍ਰਿਵੇਣੀ ਦਾ ਇਸ਼ਨਾਨ, ਉਸ ਨੂੰ ਭਗਤ ਕਬੀਰ ਜੀ ਹਵਾਲੇ ਸਹਿਤ ਵਰਤਦੇ ਨੇ। ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾਵੋ। ਸੁਰਤ ਦਾ ਬਦਲ ਜਾਣਾ, ਸੁਰਤ ਦਾ ਪਲਟਵਾਰ ਹੋਣਾ, ਭਾਵ ਬੁਰਾਈ ਦਾ ਤਿਆਗ, ਵਿਕਾਰ ਦਾ ਤਿਆਗ, ਚੰਗੇ ਪਾਸੇ ਵੱਲ ਸੁਰਤ ਦਾ ਜੋੜ ਲੈਣਾ। ਕਹਿੰਦੇ ਨੇ ਇਹੀ ਹੈ ਮੇਰੇ ਅੰਦਰ ਵਸਦੀ ਹੋਈ ਤ੍ਰਿਵੇਣੀ। ਮੇਰਾ ਅਸਲ ਤੀਰਥ ਇਹੋ ਹੀ ਹੈ। ਬਿਨ ਜਲ ਸੰਗਮ ਮਨ। ਕਹਿੰਦੇ ਮੈਂ ਬਾਹਰ ਦੇ ਜਲ ਸੰਗਮ ਵਿੱਚ ਨਹੀਂ, ਜਿੱਥੇ ਤਿੰਨ ਨਦੀਆਂ ਮਿਲਦੀਆਂ ਤੇ ਮੈਂ ਉੱਥੇ ਤੀਰਥਾਂ ਤੇ ਤੁਰਿਆ ਫਿਰਾਂ। ਮਨ ਮੈਂ ਨਾਮੋ, ਮੈਂ ਆਪਣੇ ਮਨ 'ਚ ਹੀ ਇਸ਼ਨਾਨ ਕਰਦਾ, ਮੈਨੂੰ ਕਿਸੇ ਤੀਰਥ ਦੀ ਲੋੜ ਨਹੀਂ ਰਹਿ ਗਈ। ਅੰਤਰਗਤ ਤੀਰਥ ਮਲ ਨਾਓ। ਅੰਦਰ ਦੀ ਮੈਲ ਲਾਉਣ ਦਾ ਕੋਈ ਬਾਹਰ ਤੀਰਥ ਨਹੀਂ ਹੈ, ਉਹ ਤੁਹਾਡੇ ਅੰਦਰ ਹੀ ਹੈ। ਉਹ ਹੈ ਵਿਵੇਕ, ਉਹ ਹੈ ਪਵਿੱਤਰ ਖਿਆਲ, ਜਿਹੜਾ ਅੰਦਰ ਦੀ ਮੈਲ ਧੋ ਸਕਦਾ। ਫਰਮਾਉਂਦੇ ਹਨ ਲੋਚਾ ਸੰਸਰ ਇਹ ਵਿਵਹਾਰਾ।
ਕਹਿੰਦੇ ਹੁਣ ਮੈਂ ਪਤਾ ਕਿਹੋ ਜਿਹਾ ਵਿਹਾਰ ਕਰਦਾ, ਕਿਹੋ ਜਿਹਾ ਵਤੀਰਾ ਬਣ ਗਿਆ ਮੇਰਾ। ਲੋਚਾ ਸੰਸਰ, ਮੇਰੀਆਂ ਅੱਖਾਂ ਵਿੱਚ ਹੁਣ ਕਾਣ ਨਹੀਂ ਰਹਿ ਗਈ। ਮੈਂ ਹਰ ਇੱਕ ਨੂੰ ਰੱਬ ਦਾ ਬੰਦਾ ਜਾਣ ਕੇ ਉਹਦੇ ਨਾਲ ਸਲੂਕ ਕਰਦਾ, ਨਾ ਉਹਦੀ ਬਰਾਦਰੀ, ਨਾ ਉਹਦਾ ਮਜ਼ਹਬ, ਨਾ ਉਹਦੀ ਬੋਲੀ, ਨਾ ਉਹਦਾ ਪਹਿਰਾਵਾ, ਨਾ ਉਹਦਾ ਕਿੱਤਾ। ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਵਾਸਤੇ ਮਾਇਨੇ ਨਹੀਂ ਰੱਖਦੀਆਂ। ਰਿਸਪੈਕਟ ਜਿਹੜੀ ਹੈ ਨਾ ਕਿਸੇ ਦੀ, ਸਤਿਕਾਰ ਜਿਹੜਾ ਹੁਣ ਮੈਂ ਅਹੁਦੇ ਦੇ ਹਿਸਾਬ ਨਾਲ ਵੀ ਨਹੀਂ ਕਰਦਾ, ਰੰਗ ਨਸਲ ਦੇ ਹਿਸਾਬ। ਮੈਂ ਇਹ ਵੇਖਦਾ ਵੀ ਇਨਸਾਨ ਹੈ ਮੇਰੇ ਵਰਗਾ ਤੇ ਮੇਰੇ ਵਰਗੇ ਹੱਕਾਂ ਦਾ ਹੱਕਦਾਰ ਹੈ, ਮੇਰੇ ਵਰਗੇ ਹੀ ਸਤਿਕਾਰ ਦਾ ਹੱਕਦਾਰ ਹੈ, ਕਿਉਂਕਿ ਕਬੀਰ ਜੀ ਨੇ ਝੱਲਿਆ ਆਪਣੇ ਜੀਵਨ 'ਚ ਸਾਰਾ ਕੁਝ। ਲੋਚਾ ਸੰਸਰ, ਬਰਾਬਰਤਾ ਆ ਗਈ ਮੇਰੀ ਦ੍ਰਿਸ਼ਟੀ ਵਿੱਚ। ਇਹ ਵਿਹਾਰਾ, ਇਹ ਮੇਰਾ ਵਿਹਾਰ ਬਣ ਗਿਆ ਹੈ। ਕਹਿੰਦੇ ਨੇ ਤਤ ਵਿਚਾਰ ਕਿਆ ਅਵਰ ਵਿਚਾਰਾ, ਕਹਿੰਦੇ ਹੁਣ ਮੈਂ ਤਤ ਨਿਚੋੜ ਸਭਨਾਂ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਜਾਣਦਾ ਹਾਂ। ਇਹੀ ਮੇਰਾ ਥਾਟ ਬਣ ਗਿਆ, ਵਿਚਾਰ ਪੱਕ ਗਿਆ ਹੈ। ਕਿਆ ਅਵਰ ਵਿਚਾਰਾ ਹੂੰ, ਕਹਿੰਦੇ ਹੋਰ ਵਾਧੂ ਨਫ਼ਰਤ, ਦਵੈਸ਼, ਭੇਦ ਭਾਵ ਦੇ ਖਿਆਲ ਮੇਰੇ ਅੰਦਰ ਨਹੀਂ ਆਉਂਦੇ। ਅਖੀਰਲੇ ਬੰਦ ਵਿੱਚ ਫਰਮਾਉਂਦੇ ਨੇ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਇਹ 5 ਤੱਤ ਮੰਨੇ ਗਏ ਨੇ ਵਿਦਵਾਨ ਦ੍ਰਿਸ਼ਟੀ ਵਿੱਚ। ਗੁਰੂ ਸਾਹਿਬ ਨੇ ਬਾਣੀ 'ਚ ਹਵਾਲਾ ਵੀ ਦਿੱਤਾ ਹੈ, ਆਪ ਤੇਜ, ਬਾਏ ਹਵਾ, ਪਾਣੀ, ਅੱਗ, ਧਰਤੀ, ਆਕਾਸ਼। 5 ਤੱਤ ਹਨ। 5 ਦੇ ਵਿਦਵਾਨਾਂ ਨੇ ਗੁਣ ਦੱਸੇ ਨੇ। ਜਿਵੇਂ ਧਰਤੀ ਦਾ ਸੁਭਾਅ ਹੈ ਧੀਰਜ, ਪਾਣੀ ਦਾ ਸੁਭਾਅ ਹੈ ਸੁਭਾਅ ਦੀ ਪ੍ਰਵਿਰਤੀ, ਹਵਾ ਦੀ ਹੈ ਸਮਾਨਤਾ, ਆਕਾਸ਼ ਹੈ ਨਿਰਲੇਪਤਾ। ਪਾਣੀ ਜਿਵੇਂ ਮੈਲ ਨੂੰ ਧੋ ਦਿੰਦਾ ਹੈ, ਇਸ ਤਰ੍ਹਾਂ 5 ਤੱਤਾਂ ਦੇ 5-5 ਗੁਣ, 25 ਗੁਣ ਵੀ ਦੱਸੇ ਨੇ, ਇੱਕ ਦੇ 5-5 ਤੋਂ ਐਕਸਪਲੇਨੇਸ਼ਨ ਹੈ ਅੱਗੇ ਤੋਂ ਅੱਗੇ। ਕਬੀਰ ਜੀ ਮਹਾਰਾਜ ਕਹਿੰਦੇ ਨੇ ਐਸੀ ਰਹਿਤ ਰਹੋ ਹਰ ਪਾਸਾ। ਮੇਰੇ ਅੰਦਰ ਜਿਵੇਂ ਧਰਤੀ ਵਿੱਚ ਧੀਰਜ ਹੁੰਦਾ, ਇਸ ਤਰ੍ਹਾਂ ਦਾ ਧੀਰਜ ਹੈ। ਜਿਵੇਂ ਪਾਣੀ ਮੈਲ ਨੂੰ ਧੋ ਦਿੰਦਾ ਹੈ, ਇਸ ਤਰ੍ਹਾਂ ਮੇਰੇ ਅੰਦਰ ਦੂਜਿਆਂ ਦੇ ਔਗਣ ਦੂਰ ਕਰਨ ਦਾ ਚਾਉ ਪੈਦਾ ਹੋਣਾ, ਕਿ ਦੂਜੇ ਨੂੰ ਮੈਂ ਬਚਾਵਾਂ, ਇਸ ਤਰ੍ਹਾਂ ਦਾ ਚਾਉ ਹੈ। ਜਿਵੇਂ ਅੱਗ ਮੈਲ ਨੂੰ ਸਾੜ ਕੇ ਵੀ ਮੈਲੀ ਨਹੀਂ ਹੁੰਦੀ, ਇਸ ਤਰ੍ਹਾਂ ਮੈਂ ਬਦੀ ਦੇ ਨਾਲ ਜੁੜੇ ਹੋਏ ਬੰਦਿਆਂ ਕੋਲ ਬਹਿ ਕੇ ਵੀ ਉਹਨਾਂ ਦੀ ਬਦੀ ਐਕਸੈਪਟ ਨਹੀਂ ਕਰਦਾ। ਜਿਵੇਂ ਆਕਾਸ਼ ਵਿੱਚ ਨਿਰਲੇਪਤਾ ਹੈ, ਮੇਰੇ ਅੰਦਰ ਨਿਰਲੇਪਤਾ ਹੈ। ਇਸ ਤਰ੍ਹਾਂ ਦੇ ਮੈਂ ਐਸੀ ਰਹਿਤ ਰਹੋ ਹਰ ਪਾਸਾ, ਸਦਾ ਹਰੀ ਨੂੰ ਨੇੜੇ ਸਮਝਦਾ ਤੇ ਇਹੋ ਜਿਹੀ ਰਹਿਣੀ ਗੁਣਾ ਵਾਲੀ ਮੈਂ ਧਾਰਨ ਕਰ ਲਈ। ਕਹੈ ਕਬੀਰ ਨਿਰੰਜਨ ਧਿਆਵੋ, ਮਾਇਆ ਦੇ ਪ੍ਰਭਾਵ ਤੋਂ ਮੁਕਤ ਪਰਮੇਸ਼ਰ ਨੂੰ ਸਦਾ ਧਿਆਉਂਦਾ ਯਾਦ ਕਰਦਾ ਹਾਂ। ਤਿਤ ਘਰ ਜਾਓ ਜੇ ਬੌਰ ਨਾ ਹੋ, ਐਸੇ ਨਿਜ ਘਰ ਵਿੱਚ ਟਿਕ ਗਿਆ ਹਾਂ ਕਿ ਹੁਣ ਮੈਂ ਆਵਾਗਮਨ ਵਿੱਚ ਨਹੀਂ ਪੈਂਦਾ, ਭਟਕਣਾ ਵਿੱਚ ਨਹੀਂ ਪੈਂਦਾ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਗਰੀਬ ਨਵਾਜ ਮਿਹਰ ਕਰਨ। ਸ਼ਬਦ ਦਾ ਤਤ ਭਾਵ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।